आज मेरे साथ स्ट्रॉन्ग उस्मा, उनके वालिद साहब आज मेरे साथ मौजूद होंगे। साडे कोल उस वेले शाही कुड़ी दी पढ़ाई काहदे नाल करनी, सड़क ते बह के रात कड्ढी सी। किसे वेले किराया ना होना ते टुर के आउणा भी अज किराया नहीं हैगा, टुर के चलीए हमदर्द चौक ते टुर के आइए ते 8 रुपये की रात नूं सब्जी लैके पका लांगे। इन्हां दी मां बड़ी सबर वाली सी, शाम नूं लूण मिर्च घोल के कुड़ी डंडे च उहने रोटी खानी। सबसे ज़्यादा मेरे अब्बू को दुख मेरी वजह से पहुंचा है। मैं आज भी कहती हूँ कि मेरे अब्बू मेरी वजह से लाइफ में बहुत ज़्यादा दुखी हुए हैं। मैंने इनको बड़ी तकलीफ़ें पहुंचाई हैं क्योंकि मेरी वजह से हमेशा रोते दुखी हो जाते। कभी वक्त ऐसा भी गुजरा कि रात खाने में कुछ नहीं आते? वो भी वक्त आया, बड़े वेखे चौका सौ जाते अल्लाह नूं याद करके। ये सबसे छोटे हैं और सबसे बूढ़े हो गए, उनको गमों ने बूढ़ा कर दिया। बिस्मिल्लाहिर्रहमानिर्रहीम, अस्सलाम वालेकुम। आप देख रहे हैं मेरा पाकिस्तान और मैं हूं आपका होस्ट हारिस भट्टी। आज मेरे साथ स्ट्रॉन्ग उस्मा मारूफ यूट्यूबर हैं और फलाही काम बड़े करती हैं, लोगों की मदद करने में पहल करती हैं। उनके वालिद साहब आज मेरे साथ मौजूद होंगे। इससे पहले आपने मेरे चैनल पर उस्मा साहिबा के बेशुमार इंटरव्यूज़ देखे होंगे उनकी ज़िंदगी के हवाले से। दूसरी शादी भी की, शौहर की बड़ी धूमधाम से की, लेकिन इनके वालिद साहब का आज पहली बार मैं इंटरव्यू करने जा रहा हूँ और उनकी ज़बानी इनकी ज़िंदगी की कहानी जानूँगा कि ये वो अज़ीम बाप है, ये वो अज़ीम शख्स है जिसने मुश्किल में भी अपनी बेटी का साथ नहीं छोड़ा। जब वो सड़कों पे भी थी तब भी इस शख्स ने साथ दिया, क्योंकि बाप तो बाप होते हैं, कुछ भी हो जाए। लेकिन आज जब बेटी की इस भरपूर कामयाबी के बाद बाप का सर फ़ख्र से बुलंद है, हाल ही में उम्रा भी करके आए हैं। उस्मा साहिबा की ज़िंदगी कहानी इनकी ज़बानी जानते हैं। अस्सलाम वालेकुम अंकल जी। वालेकुम अस्सलाम। क्या हाल है, खैरियत से हैं? शुक्र है अल्लाह का, सब खैर है जी, शुक्र है। स्ट्रॉन्ग उस्मा कौन है, की चीज़ है स्ट्रॉन्ग उस्मा? स्ट्रॉन्ग मां मेरी बच्ची बच्ची तो ਤੁਹਾਡੀ है, लेकिन की अल्लाह ताला ने उन्होंने इन्नी सलाहियतां दित्तियां ने, हाँ जी, मुश्किल वक्त भी कटिया। ਉਹ ਅੱਲਾ ਦੀ ਜ਼ਾਤ ਦੇ ਵਾਸਤੇ ਅੱਲਾ ਜਿਹਨੂੰ ਦੇ ਇੱਜ਼ਤ ਦੇ ਜਾਂ ਦਿਲੋਂ ਦੇ। ਬਚਪਨ ਤੋਂ ਲੈ ਕੇ ਮੇਰੇ ਨਾਲ ਉਹਨੇ ਵਿਚਾਰੀ ਨੇ ਧੱਕੇ ਖਾਧੇ ਨੇ, ਬਚਪਨ ਤੋਂ ਲੈ ਕੇ ਮੇਰੇ ਨਾਲ ਉਹਨੇ ਸਾਰੇ ਕਾਰੋਬਾਰ ਕਰਾਏ ਨੇ। ਫਿਰ ਬੁਰਾ ਵਕਤ ਵੀ ਸਾਡੇ ਤੇ ਆਇਆ, ਫਿਰ ਵੀ ਸ਼ੁਕਰ ਅੱਲਾ ਦਾ ਕਰਕੇ ਮੇਰਾ ਸਾਥ ਨਹੀਂ ਉਹਨੇ ਛੱਡਿਆ, ਮੈਂ ਉਹਦਾ ਨਹੀਂ ਛੱਡਿਆ। ਮੈਂ ਕੋਈ ਗੱਲ ਨਹੀਂ ਪੁੱਤਰ, ਕੋਈ ਗੱਲ ਨਹੀਂ ਪੁੱਤਰ। ਹੌਲੀ 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 ਅੱਲਾ ਦੀ ਜ਼ਾਤ ਨੇ ਫਿਰ ਇਹ ਕਰਮ ਕੀਤਾ ਵੀ ਫਿਰ ਅੱਲਾ ਦੀ ਜ਼ਾਤ ਬਾਂਹ ਫੜਨ ਵਾਲੀ ਆਦੀਆਂ ਨੇ ਕੁੱਲ ਦੁਨੀਆ ਵਾਲ ਨੂੰ ਅੱਲਾ ਦੀ ਜ਼ਾਤ ਬਾਂਹ ਫੜੇ। ਉਹਨੇ ਅੱਜ ਤੱਕ ਮੈਂ ਉਹਦਾ ਸਾਥ ਨਹੀਂ ਛੱਡਿਆ, ਮੇਰਾ ਹੀ ਛੱਡਿਆ। ਅਸੀਂ ਮਿਹਨਤ ਕੀਤੀ ਗਏ ਹਾਂ, ਦਿਨ ਕੀਤੀ, ਰਾਤ ਕੀਤੀ, ਜਿਵੇਂ ਵੀ ਸਾਡਾ ਹਿਸਾਬ ਲੱਗਾ ਸੀ ਆਪਦੀ ਮਿਹਨਤ ਕੀਤੀ ਗਏ। ਅੱਜ ਅੱਲਾ ਦੀ ਜ਼ਾਤ ਨੇ ਉਹਨੂੰ ਇਹ ਮੁਕਾਮ ਦੇ ਦਿੱਤਾ ਹੈ, ਸ਼ੁਕਰ ਅਲਹਮਦੁਲਿल्लाह। ਕੀ ਵਕਤ ਉਹ ਕਿਹੜਾ ਕੀ ਵਕਤ ਐਸਾ ਹੈਗਾ ਜੀ ਮੁਸ਼ਕਿਲ 'ਚ ਉਸਮਾ ਸਾਹਿਬਾ ਨੂੰ ਜਦੋਂ ਪਹਿਲੇ ਸ਼ੋਹਰ ਦੇ ਸਲੂਕ ਦੇ ਨਾਲ ਬਾਅਦ ਪੜ੍ਹਾਈ ਵੀ ਮੁਕੰਮਲ ਕੀਤੀ ਹੈ, ਗਰੀਬਾਂ ਵਾਸਤੇ ਮਿਸਾਲ ਬਣੇ ਹੋਏ ਨੇ। ਤੁਹਾਨੂੰ ਲੱਗਦਾ ਸੀ ਕਿ ਪੜ੍ਹਾਈ ਕਰ ਪਾਣਗੇ? ਸਾਡੇ ਕੋਲ ਉਸ ਵੇਲੇ ਸ਼ਾਹੀ ਕੁੜੀ ਦੀ ਪੜ੍ਹਾਈ ਕਾਹਦੇ ਨਾਲ ਕਰਨੀ, ਸੜਕ ਤੇ ਬਹਿ ਕੇ ਰਾਤ ਕੱਢੀ ਸੀ, ਪੜ੍ਹਾਈ ਕਾਹਦੇ ਨਾਲ ਕਰਨੀ। ਉਹ ਅੱਲਾ ਦੀ ਜ਼ਾਤ ਨੇ ਫਿਰ ਇਹਨੂੰ ਹਿੰਮਤ ਦਿੱਤੀ। ਫਿਰ ਸੜਕਾਂ 'ਤੇ ਰੋਲ ਕੇ ਟੁਰ ਕੇ ਜਾਂ ਪੈਦਲ ਟੁਰ ਕੇ ਜਾਂ ਕਿਤੇ ਬੱਸ 'ਤੇ ਬਹਿਣਾ ਜਾਂ ਕਿਤੇ ਵੈਗਨ 'ਤੇ ਬਹਿਣਾ। ਕਿਸੇ ਵੇਲੇ ਕਿਰਾਇਆ ਨਾ ਹੋਣਾ ਤੇ ਟੁਰ ਕੇ ਆਉਣਾ ਵੀ ਅੱਜ ਕਿਰਾਇਆ ਨਹੀਂ ਹੈਗਾ। ਦੋਵੇਂ ਪਿਓ ਧੀ ਜਦੋਂ ਲਾਹੌਰ 'ਚ ਆਇਆ ਨੌਕਰੀ ਕਰਨ ਲੱਗੇ ਤੇ ਮੇਰੀ ਧੀ ਨੇ ਆਖਣਾ ਅੱਬੂ ਉਦੋਂ ਦਾ ਸੀ 4 ਰੁਪਏ ਕਿਰਾਇਆ। ਅੱਛਾ। ਤੇ ਇਹਨੇ ਆਣਾ ਅੱਬੂ 4 ਰੁਪਏ ਜਾਂਦਿਆਂ ਤੇ 4 ਆਉਂਦਿਆਂ 8 ਰੁਪਏ ਲੱਗਣਗੇ ਆਪਣੇ, ਤੇ ਆਪਾਂ ਟੁਰ ਕੇ ਚਲੀਏ ਹਮਦਰਦ ਚੌਕ ਤੇ ਟੁਰ ਕੇ ਆਈਏ ਤੇ ਉਹ 8 ਰੁਪਏ ਦੀ ਰਾਤ ਨੂੰ ਸਬਜ਼ੀ ਲੈ ਕੇ ਪਕਾ ਲਾਂਗੇ। ਅਸੀਂ ਟੁਰ ਕੇ ਜਾਣਾ, ਸਵੇਰੇ ਸਾਡੀ 8 ਵਜੇ ਡਿਊਟੀ ਸ਼ੁਰੂ ਹੁੰਦੀ ਤੇ 6 ਵਜੇ ਘਰੋਂ ਟੁਰ ਪੈਣਾ। ਕੀ ਕੰਮ ਕੀ ਸੀ? ਕੰਮ ਹਮਦਰਦ ਚੌਕ ਫੈਕਟਰੀ 'ਚ ਕੰਮ ਕਰਦੇ ਸਾਂ, ਦੋਨੋਂ ਬਾਪ ਬੇਟੀ, ਦੋਵੇਂ ਮਾਂ ਬੇਟੀ, ਬਾਪ ਬੇਟੀ। ਤੇ ਉੱਥੇ 8 ਰੁਪਏ ਬਚਾਉਣ ਦੀ ਖਾਤਰ ਟੁਰ ਕੇ ਸੁਬਾਹ ਜਾਣਾ ਤੇ ਉੱਥੋਂ 8 ਵਜੇ ਛੁੱਟੀ ਕਰਕੇ ਫਿਰ 2 ਘੰਟੇ ਟਾਈਮ ਵੀ ਲਾਉਣਾ ਵੀ ਤਨਖਾਹ ਜ਼ਿਆਦਾ ਨਿਕਲੇਗੀ। ਫਿਰ ਉੱਥੋਂ 10 ਵਜੇ ਛੁੱਟੀ ਕਰਕੇ 11-12 ਵਜੇ ਘਰ ਆਉਣਾ। ਉਹ 8 ਰੁਪਏ ਜਿਹੜੇ ਨੇ ਇਹਨਾਂ ਦੀ ਮਾਂ ਨੂੰ ਦੇਣੇ ਨੇ ਵੀ ਇਹਨਾਂ ਦੀ ਸਬਜ਼ੀ ਲਿਆ ਕੇ ਤੇ ਪਕਾਵੇਂ। ਬੁਰਾ ਵਕਤ ਸੀ, ਮਾੜੇ ਸਾਂ, ਗਰੀਬ ਸਾਂ। ਬੜਾ ਕੁਝ ਅੱਲਾ ਦੀ ਜ਼ਾਤ ਨੇ ਸਾਡੇ ਨਾਲ ਕੀਤਾ ਹੈ, ਸ਼ੁਕਰ ਅਲਹਮਦੁਲਿल्लाह। ਸਾਰਾ ਕੁਝ ਅਸੀਂ ਵੇਖਦੇ ਵੀ ਰਹੇ ਹਾਂ, ਕਰਦੇ ਵੀ ਰਹੇ ਹਾਂ। ਗਰੀਬੀ ਵੀ ਵੇਖੀ ਹੈ, ਬੜੀ ਗਰੀਬੀ ਵੇਖੀ ਹੈ। ਇਹਨਾਂ ਦੀ ਮਾਂ ਬੜੀ ਸਬਰ ਵਾਲੀ ਸੀ, ਅਸੀਂ ਵੀ ਸਬਰ ਵਾਲੇ ਦਾ। ਸ਼ਾਮ ਨੂੰ ਲੂਣ ਮਿਰਚ ਘੋਲ ਕੇ ਕੁੜੀ ਡੰਡੇ 'ਚ ਉਹਨੇ ਰੋਟੀ ਖਾਣੀ।
थाले ना पकावना नहीं पैसे होंगे सी मसाले में बधा के पिया भी नहीं सी सब्जी पकदी भी 10 8 10 15 रुपए की सब्जी नहीं होंगे तो शाम को लून मिर्च घोड़ के कूड़ी डंडे च उन्होंने रोटी खा लेनी शुक्र अल्हम्दुलिल्लाह करके रोटी खा लेनी सौ जाना सुबह उठ के फिर टुर पड़ा आपसे मेहनत मजूरी ਤੇ ਤਾਲੀਮ ਦਾ ਉਸਮਾ ਸਾਹਿਬਾ ਨੂੰ ਸ਼ੁਰੂ ਤੋਂ ਸ਼ੌਕ ਸੀ ਕਿ ਤਾਲੀਮ ਹਾਸਲ तलीम तो शुरू तो ਇਹਨੂੰ शौक सी ते जिन्ना को मेरे को हो सकिया सी ना उन्ना को मैं कराया सी मैं कह भी अगा पुत्र मेरे को ना नहीं इन्नी पहुँच हैगी 10 तिकरा 12 तिकरा मैं करा सकना अगा फीसा बड़ियाँ सी तरह आमदन को नहीं हैगी फिर इन्हें पढ़िया आपकी हिम्मत सिर से फिर सड़कों से रुल के बच्चे घर छड़ने रोंदे पिटदे आप सड़कों से रुलना टुर के जाना किसी वैगन से बह जाना नहीं तो टुर के बहुता जाना टुर के आना अल्लाह इदार ने इनू चलो जी उनकी ख्वाहिश थी बुढ़ाई उनकी पूरी हो गई शुक्र अल्हम्दुलिल्लाह अज भी शुक्र करने उदो भी शुक्र करते। आपकी कामयाबी में मेरे ख्याल में वालिद का एक सबसे बड़ा हाथ यही नहीं कहिए इन्हीं का कामयाबी जी मेरी कामयाबी में सबसे ज़्यादा जो हाथ है ना वो मेरे अब्बू का है। अम्मी मेरी तो बेचारी घर में ही होती थी क्योंकि वो तो बाहर आना जाना बड़ा मुश्किल होता है। अपनी अम्मी को हमने बाहर नहीं निकाला। लाहौर भी आए हैं ना मेरी अम्मी बाहर किसी फैक्ट्री में किसी के घर में अल्लाह ना करे काम करने नहीं गई। घर में बैठ के तो मैंने शायद किसी प्लेटफॉर्म पे पहले बताया था आज आपको बताते हैं इतनी इतनी पट्टियाँ मिलती थी यानी कि आप इतनी लगा लें 3-3 उंगलियाँ उसकी चौड़ाई होती थी। तो मेरा भाई साइकिल पे लेके आता था पट्टियाँ तो उन पट्टियों को जोड़ जोड़ के मेरी अम्मी सिलाई करती थी तो वो एक रज़ाई बनती थी। उस रज़ाई के 2 रुपये मिलते थे उनको सिलाई करने के और पूरी रात वो बैठ के घर में सिलाई करती थी और मैं और अब्बू फैक्ट्रियों में धक्के और ये वो। फिर जैसे आपको पता है गांव के लोग जो होते हैं टीन एज में जैसे लड़की आती है तो शादी की सबसे पहले फ़िक्र होती है। तो इन्होंने फिर शादी का सोचा मेरा शादी मेरी कर दी लेकिन वो शादी एक बड़ा डरावना ख्वाब साबित हुई हमारे लिए। तो उस चीज़ ने अंकल को और सदमे में ले आए होंगे परेशानी वो में। तो सदमे में जो लेके आए हम आपको बता ही नहीं सकते। मेरे अब्बू को फर्स्ट टाइम उस वक्त मेरे अब्बू गिर गए थे और माइनर सा अटैक भी हुआ था। जिस वक्त हमारे साथ लाइफ में इतनी बड़ी ट्रेजिडी हो गई क्योंकि वालिदैन जब बेटी की शादी करते हैं ना तो उनको यही होता है कि अब हमारी बेटी सुखी रहे। सियाने कहते हैं जिंदी धी सुखी उनकी जद सुखी। तो सबसे ज़्यादा मेरे अब्बू को दुख मेरी वजह से पहुंचा है। मैं आज भी कहती हूँ कि मेरे अब्बू मेरी वजह से लाइफ में बहुत ज़्यादा दुखी हुए हैं। कभी कभी मैं बैठ के सोचती हूँ कि मैं पैदा ही क्यों हुई थी क्योंकि मेरी वजह से इनको इतना दुख होना था। मैंने इनको बड़ी तकलीफ़ें पहुँचाई हैं क्योंकि मेरी वजह से हमेशा रोते दुखी हो जाते। आप अंकल को हौसला देती होंगी अंकल तुसी बाजी ने हौसला देंदी हो कि जिंदगी कुछ करना है बस मुश्किल वक्त कटना है। मैंने इनसे कहा था कुछ नहीं होता इंशाल्लाह मैं आप लोगों के साथ हूँ। फिर पढ़ना स्टार्ट किया पढ़ा फिर उसके बाद बस यही कि इंशाल्लाह ये देखें इंशाल्लाह 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 एक दिन ऐसा आएगा हम कामयाब हो जाएंगे। इंशाल्लाह ऐसा आएगा हमारा घर भी वापस आ जाएगा सब कुछ वापस आ जाएगा। अल्लाह ने फिर सुनी इन्होंने बड़ी मेहनत की है। ये काम क्या करते थे बाद में जब हालात थोड़े से बेहतर हुए अंकल? ये मंडी में सब्जी का काम करते थे सैलड का सामान बेचते थे और अभी ये 9-10 माह से छोड़ा है इन्होंने। इनको मैं स्कूल में ले आई हूँ यहाँ पे बच्चियों के लिए ज़रूरत होती है। उम्र कितनी अंकल की? 63 बरस माशाल्लाह। मेरे अब्बू इस टाइम 63 साल के हो चुके हैं और सब्ज़ी का ये काम करते थे। 62 बरस तक इन्होंने रात 2 बजे आप इमेजिन नहीं कर सकते कोई भी यकीन नहीं करेगा रात 2 बजे उठ के धुंध गर्मी सर्दी तूफ़ान आंधी के अंदर उठ के जाते थे बड़ी मंडी बदामी बाग वहाँ से सामान ला के तो इकबाल टाउन वाली जो छोटी मंडी वहाँ बेचते थे। यहाँ से मगरिब की नमाज़ पढ़ के घर जाते थे। यहीं से 4 बच्चों की इन्होंने शादियाँ की हैं। लाहौर में आके सबकी शादी हुई। सबसे पहले मेरी की उसके बाद फिर बड़े भाई की मेरा जो मेरे से छोटा उसकी की फिर सबसे एंड पे 2 छोटे बहन भाइयों की इकट्ठी की। अंकल जी बाजी ਦੇ ਨਾਲ जो पहले हस्बैंड ने जो मामला होए उस तो बाद ਉਹਨਾਂ ਨੂੰ ਤੁਹਾਨੂੰ ਪਤਾ ਸੀ ਕਿ ਹਾਲਾਤ ਜੋ ਚੱਲ ਰਹੇ ਨੇ ਜਾਂ ਉਸ ਬਾਜੀ ਛੁਪਾਉਂਦੇ ਸੀ ਤੁਹਾਡੇ ਕੋਲ ਦੱਸਦੇ ਨਹੀਂ ਹੈਗੇ ਸੀ ਕਿ ਸ਼ੋਹਰ ਇਹੋ ਜਿਹੀ ਕਰਦਾ ਹੈ? ਉਹ ਜਿਹੜਾ ਸੀ ਨਾ ਬੰਦਾ ਉਹ ਬੰਦੇ ਦਾ ਸਾਨੂੰ ਨਹੀਂ ਭੇਤ ਆਇਆ ਪਤਾ ਨਹੀਂ ਚੱਲਿਆ ਪਤਾ ਕੀ ਸ਼ਖਸ ਹੈਗਾ ਉਹ। ਪਤਾ ਚੱਲਣ ਤੋਂ ਬਾਵਜੂਦ ਵੀ ਨਾ ਅਸੀਂ
ਆਪਦੀ ਔਲਾਦ ਜਿਹੜੀ ਉਹਨੂੰ ਪਿੱਛੇ ਕਰਤਾ ਸੀ, ਉਹਨੂੰ ਪੁੱਤਰ ਬਣਾ ਲਿਆ ਸੀ। ਜਿਹਨੂੰ ਧੀ ਦੇ ਦਿੱਤੀ ਮਗਰ ਕੀ ਰੱਖ ਲਿਆ? ਸਹੀ ਬਾਤ ਹੈ। ਹੈ ਉਹ ਪੁੱਤਰ ਹੀ ਹੁੰਦਾ। ਅਸੀਂ ਕਿਤੇ ਜਾਣਾ ਹੁੰਦਾ ਨਾ ਕਿਸੇ ਜੀ ਨੇ ਤੇ ਉਹਦੇ ਕੋਲ ਕਿਰਾਇਆ ਲੈ ਕੇ ਅਸੀਂ ਜਾਣਾ, ਸਭ ਕੁਝ ਉਹਨੂੰ ਫੜਾਤਾ, ਗੰਢ ਹਾਰ ਸ਼ਹਿਰ ਘਰ ਦੀ ਸਭ ਕੁਝ, ਆਪਣਾ ਘਰ ਦੇ ਖਰਚੇ ਵੀ ਦੇਣੇ ਸ਼ੁਰੂ ਕਰਤੇ, ਘਰ ਦੇ ਖਰਚੇ ਸਭ ਕੁਝ ਉਹਨੂੰ ਫੜਾਤਾ ਬੇਟੀ ਵਾਸਤੇ, ਬੇਟੀ ਵਾਸਤੇ। ਤੇ ਕਿਤੇ ਜਾਣਾ ਹੁੰਦਾ ਯਾਰ ਰਾਜਾ ਕਿਰਾਇਆ ਦੇ ਸੀ ਜਾਣਾ। ਕਿਉਂ? ਸਿਰਫ ਬੱਚੀ ਦੀ ਮਜਬੂਰੀ ਵਾਸਤੇ, ਬੱਚੀ ਦੀ ਮਜਬੂਰੀ, ਕਿ ਬੱਚੀ ਨੂੰ ਛੱਡ ਨਾ ਦਵੇ, ਛੱਡ ਨਾ ਦੇ। ਸਭ ਕੁਝ ਉਹਦੇ ਹਵਾਲੇ ਕਰਤਾ, ਮਕਾਨ ਉਹਨੂੰ ਦੇ ਦਿੱਤਾ। ਜੋ ਬਾਹਰੋਂ ਕਮਾ ਕੇ 10 ਰੁਪਏ ਲਿਆਏ ਉਹਨੂੰ ਜਾ ਕੇ ਫੜਾ ਦੇਣੇ, ਆ ਵੀ 10 ਰੁਪਏ ਕਮਾ ਕੇ ਲਿਆਂਦੇ ਨੇ। ਉਹਨੂੰ ਸਭ ਕੁਝ ਦੇ ਦਿੱਤਾ ਸਿਰਫ ਇਹ ਬੱਚੀ ਦੀ ਖਾਤਰ ਵੀ ਜੀ ਸਾਡੀ ਬੱਚੀ ਦਾ, ਸਾਡਾ ਪੁੱਤਰ ਹੈ ਤੇ ਸਾਨੂੰ ਸੰਭਾਲੇਗਾ। ਸਾਡੇ ਜੇ ਬੱਚੇ ਜਰਾ ਛੋਟੇ ਨੇ ਤੇ ਚਲੋ ਇਹ ਸਾਡਾ ਸਿਰ ਬੜਾ ਬਣ ਗਿਆ, ਸਾਨੂੰ ਉਚਲੇ। ਸਾਨੂੰ ਪਤਾ ਨਹੀਂ ਸੀ ਵੀ ਉਹ ਬੰਦੇ ਦੇ ਢਿੱਡ 'ਚ ਕੀ ਹੈ, ਜਾਂ ਬੇਈਮਾਨੀ ਹੈ ਜਾਂ ਇਮਾਨਦਾਰੀ ਹੈ, ਜਾਂ ਕਿ ਉਹ ਬੇਈਮਾਨ ਬੰਦਾ ਸੀ। ਕਦੀ ਇੱਕ ਵਕਤ ਐਸਾ ਵੀ ਗੁਜ਼ਰਿਆ ਕਿ ਰਾਤ ਖਾਣੇ ਨੂੰ ਕੁਝ ਨਹੀਂ ਆਇਆ ਤੇ ਗੁਜ਼ਾਰਾ? ਉਹ ਵੀ ਵਕਤ ਆ, ਬੜੇ ਵੇਖੇ। ਕੀ ਕਰਦੇ ਸੀ? ਬੜੇ ਕੀ ਕਰਦੇ ਸੀ? ਚੌਕਾ ਸੌਂ ਜਾਂਦੇ ਅੱਲਾ ਨੂੰ ਯਾਦ ਕਰਕੇ, सवेरे फिर उठ के अल्लाह की दाद अब्बू मेरे बड़े सब्र वाले हैं, बड़े सब्र वाले हैं, जितने आप कहें। 2 बजे से लेकर रात 2 बजे से लेकर अगले दिन की मगरिब पढ़ के घर आना, सोचें कितने घंटे ड्यूटी बनती है? 16-17 घंटे। 17 घंटे की ड्यूटी इन्होंने 62 बरस तक की है। और ये 8 साल के थे जब से इन्होंने काम करना स्टार्ट किया, 7 या 8 साल के थे। तो बड़ी टीन एज में इनकी शादी हो गई थी और शादी के ठीक 1 साल बाद, 1 साल और 3-4 माह बाद मेरे दादा अबू की डेथ हो गई थी। फिर वो घर से ये सबसे छोटे थे, 6 भाई थे और इनमें से ये अब अकेले हैं। 4 बहनें इनकी और 6 भाई थे, जिनमें 2 बहनें भी फौत हो गई और ये इकलौते थे। और ये मेरे दादा अबू के घर बाकी जो बच्चे हैं उनसे 20 साल बाद पैदा हुए थे। बड़ी मन्नतों मुरादों से मेरे दादा अबू और दादी अम्मी ने इनको लिया था कि यार क्योंकि 6 इनके भाई जो थे ना, 5, वो उनमें से 4 फौत हो चुके थे। एक मेरे ताया अबू थे, उनकी फिर बाद में डेथ हुई। तो ये सबसे छोटे हैं और सबसे बूढ़े हो गए, इनको गमों ने बूढ़ा कर दिया। अंकल जी जो हालात ਇਹੋ ਜਿਹੇ ਚੱਲ ਰਹੇ ਸੀ ਤੇ ਆਪਸ 'ਚ ਕੀ ਗੱਲ ਹੁੰਦੀ ਸੀ ਕਿ ਚਲੋ ਕਦੀ ਵਕਤ ਬਦਲ ਹੀ ਜਾਏਗਾ, ਕੀ ਆਪਸ 'ਚ ਅਸੀਂ ਇਹ ਸੋਚਦੇ ਸਾਂ ਖਰੇ ਅੱਜ ਕੋ ਵਕਤ ਚੰਗਾ ਸਾਡੇ ਤੇ ਆ ਜਾਏਗਾ, ਅੱਜ ਸਾਡੇ ਤੇ ਵਕਤ ਚੰਗਾ ਆ ਜਾਏਗਾ। ਤੇ ਜਿਹੜਾ ਦਿਨ ਚੜ੍ਹਦਾ ਸੀ ਨਾ ਸਾਡੇ ਵਾਸਤੇ ਬੁਰਾ ਹੀ ਚੜ੍ਹਦਾ ਹੈ। ਸ਼ਾਮ ਨੂੰ ਜਦੋਂ ਅਸੀਂ ਆਉਂਦੇ ਨਾ ਤੇ ਉਦੋਂ ਕੋਈ ਨਾ ਕੋਈ ਗੱਲ ਬੁਰੀ ਪੇਸ਼ ਆਉਂਦੀ ਸੀ, ਚੰਗੀ ਨਹੀਂ ਸੀ ਆਉਂਦੀ। ਸਵੇਰੇ ਖੁਸ਼ੀ ਦੇ ਮਤਲਬ ਕਿ ਘਰੋਂ ਜਾਣਾ ਤੇ ਸ਼ਾਮ ਨੂੰ ਜਦੋਂ ਘਰ ਆਉਣਾ कोई ना कोई परेशानी ये जी पता है क्यों गए हैं? इन्होंने नहीं जीना था, जी गए मुन्ने को देख के। मुन्ने ਤੇ ਫਿਰ ਅੱਲਾ ਦੀ ਰਾਤ ਨੇ ਇਹਨੂੰ ਰੱਬ ਨੇ ਬੇਟਾ ਦੇ ਦਿੱਤਾ ਤੇ ਸ਼ੁਕਰ ਅਲਹਮਦੁਲਿਲਾ। ਫਿਰ ਉਹਦੇ ਲਾਲਚ ਮੈਂ ਲੱਗ ਗਿਆ ਤੇ ਫਿਰ ਜਦੋਂ ਇਹ 9 ਮਹੀਨਿਆਂ ਦਾ ਸੀ ਤੇ ਜਿਸ ਦਿਨ ਉਹ ਫਿਰ ਸਾਡੇ ਨਾਲ ਦਗਾ ਕਰਕੇ ਤੇ ਜਾਂਦਾ ਹੈ ਤੇ ਫਿਰ ਅਸੀਂ ਉਹ ਵੀ ਵਕਤ ਵੇਖਿਆ। ਫਿਰ ਅਸੀਂ ਚਬੁਰਜੀ ਵੀ ਮਾਲਕ ਮਕਾਨ ਜਿਹੜਾ ਮਕਾਨ ਉਹਨੂੰ ਸਾਨੂੰ ਫਰਾਡ ਕਰਦਾ ਸੀ ਸਾਡੇ ਨਾਲ ਵੀ ਆਹ ਮਕਾਨ ਲਿਆ ਹੈ। ਉਦੋਂ ਮੈਂ ਯਾਦ ਜੀ ਮੈਂ 18 ਲੱਖ 'ਚ ਲਿਆ ਹੈ ਮਕਾਨ ਤੇ ਉਹ ਮਕਾਨ ਜਿਹੜਾ ਹੈ ਉਹਦੀ ਅੱਜ ਉਸ ਮਕਾਨ ਦੀ 1 ਕਰੋੜ 20 ਲੱਖ ਰੁਪਈਆ ਕੀਮਤ ਹੈ। ਜਿਹੜਾ ਮਕਾਨ ਸੀ ਉਹ ਲੈ ਗਿਆ, ਜਿਹੜਾ ਸਾਨੂੰ ਆਂਦਾ ਸੀ 18 ਲੱਖ ਦਾ ਆਪਾਂ ਲਿਆ ਹੈ, ਉਹ ਵੀ ਸਾਡੇ ਨਾਲ ਫਰਾਡ ਹੀ ਕਰਦਾ ਸੀ। ਮਕਾਨ ਕਿਰਾਏ ਦਾ ਸੀ, ਸਾਨੂੰ ਉਹਦਾ ਜੀ ਮੁੱਲ ਲਿਆ ਆ ਰਜਿਸਟਰੀ ਲਿਖਾਈ ਉਹਨੇ 2 ਨੰਬਰ। ਸਾਡੇ ਕੋਲ ਪੈਸੇ ਲੈ ਲਏ ਸੀ, ਸਾਡੇ ਕੋਲ ਪੈਸੇ ਲੈ ਲਏ, ਪੈਸੇ ਲੈ ਕੇ जेवर भी ले लिया था। ਉਸ ਦਿਨ ਮੈਨੂੰ ਆਖਣ ਲੱਗਾ ਜੀ ਅੱਜ ਤੁਸੀਂ ਨਾ 2 ਵਜੇ ਨਾ ਕਬਾਲ ਟਾਊਨ ਆਉਣਾ ਹੈ, ਉੱਥੇ ਰਜਿਸਟਰੀ ਲਗਾਈ ਪਈ ਹੈ ਤੇ ਇੰਤਕਾਲ ਅੰਗੂਠੇ ਉਹਨਾਂ ਦੇ ਕਰਾਉਣੇ ਨੇ, ਅੱਜ ਉਹਨਾਂ ਨੂੰ ਪੈਸੇ ਤਾਰਨੇ ਨੇ। ਮੈਂ ਉੱਥੇ ਗਿਆ 2 ਵਜੇ, ਉਹਨਾਂ ਆਖਿਆ ਸਾਡੇ ਕੋਲ ਕੋਈ ਗੱਲ ਨਹੀਂ। ਉੱਥੇ ਮੈਂ 4 ਵਜੇ ਤੱਕ ਬੈਠਾ ਰਿਹਾ। ਮੈਂ ਘਰ ਆ ਗਿਆ ਮੰਡੀ, ਸ਼ਾਮ ਨੂੰ ਘਰ ਗਿਆ, ਸਾਡੇ ਬੂਹੇ ਕੇ ਆਦਮ ਬੈਠਾ। ਉਹ ਆਖਿਆ ਜੀ ਮੇਰੇ ਕੋਲ 2 ਲੱਖ ਲੈ ਗਿਆ, ਕੋਈ ਆਖੇ ਮੇਰੇ ਕੋਲ 50,000 ਲੈ ਗਿਆ, ਕੋਈ ਆਖੇ ਮੇਰੇ ਕੋਲ ਲੱਖ ਲੈ ਗਿਆ।